ਹੈਲੋ एवरीवन ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਅਸੀਂ ਕੱਲ੍ਹ ਦੀ ਵੀਡੀਓ ਦੇ ਵਿੱਚ ਅਸੀਂ ਕੀਤਾ ਸੀ ਇੰਟਰੋ ਟੂ ਸਾਈਕੋਲੋਜੀ, ਅਤੇ ਅੱਜ ਜਿਹੜਾ ਹੈ ਅਸੀਂ ਮੇਨ CDP ਦੀ ਸੀਰੀਜ਼ ਜਿਹੜੀ ਹੈ ਸ਼ੁਰੂ ਕਰਨ ਜਾ ਰਹੇ ਹਾਂ ਫॉर PSTET 2024। ਇਹ ਜਿਹੜੀ ਸੀਰੀਜ਼ ਹੈ ਇਹ ਸਾਡੇ ਕੋਲ ਬਾਕੀ ਦੇ ਟੀਚਿੰਗ ਐਗਜ਼ਾਮਸ ਦੇ ਲਈ ਵੀ ਜਿਹੜੀ ਹੈ ਹੈਲਪਫੁਲ ਹੋਏਗੀ। ਤਾਂ ਅੱਜ ਅਸੀਂ ਜਿਹੜੀ ਹੈ ਮੇਨ ਜਿਹੜੀ CDP ਸੀਰੀਜ਼ ਸ਼ੁਰੂ ਕਰ ਰਹੇ ਹਾਂ। ਤਾਂ ਉਹ ਅੱਜ ਦਾ ਟੌਪਿਕ ਦੇਖਦੇ ਹਾਂ। ਪਹਿਲਾਂ ਅਸੀਂ ਪੜਾਂਗੇ ਵਟ ਇਜ਼ CDP ਦੀ ਫੁੱਲ ਫਾਰਮ ਆਪਾਂ ਕੀ ਕਹਿੰਦੇ ਕਿ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ। ਚਾਈਲਡ ਡਿਵੈਲਪਮੈਂਟ ਮਤਲਬ ਬੱਚੇ ਦਾ ਵਿਕਾਸ, ਤੇ ਨਾਲ ਕੀ ਹੈ ਪੈਡਾਗੋਜੀ। ਪੈਡਾਗੋਜੀ ਜਿਹੜਾ ਸ਼ਬਦ ਹੈ ਉਹ ਕਿੱਥੋਂ ਲਿਆ ਗਿਆ? ਗ੍ਰੀਕ ਲੈਂਗੁਏਜ ਤੋਂ ਲਿਆ ਗਿਆ ਹੈ। ਤੇ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੈਡਾਗੋਜੀ ਨੂੰ ਦੋ ਸ਼ਬਦਾਂ ਵਿੱਚ ਅਸੀਂ ਤੋੜਦੇ ਹਾਂ, ਪੈਡਾ ਤੇ ਅਗੋ ਦੇ ਵਿੱਚ। ਪੈਡਾ ਦਾ ਮਤਲਬ ਹੁੰਦਾ ਚਾਈਲਡ ਯਾਨੀ ਕਿ ਬੱਚਾ, ਅਗੋ ਦਾ ਮਤਲਬ ਹੁੰਦਾ ਟੂ ਗਾਈਡ ਕਰਨਾ ਯਾਨੀ ਬੱਚੇ ਨੂੰ ਕਿਸੇ ਵੀ ਦਿਸ਼ਾ ਨਿਰਦੇਸ਼ ਦੇਣਾ ਯਾਨੀ ਬੱਚੇ ਦਾ ਮਾਰਗਦਰਸ਼ਨ ਕਰਨਾ। ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜਾ ਐਜ਼ ਏ ਟੀਚਰ ਸਾਡਾ ਮੇਨ ਕੰਮ ਕੀ ਹੈ ਕਿ ਬੱਚਿਆਂ ਨੂੰ ਗਾਈਡ ਕਰਨਾ, ਇੱਕ ਚੰਗਾ ਮਾਰਗਦਰਸ਼ਕ ਬਣਨਾ। ਅਸੀਂ ਉਹਨਾਂ ਨੂੰ ਡਾਂਟਣਾ ਨਹੀਂ ਹੈ, ਅਸੀਂ ਉਹਨਾਂ ਨੂੰ ਕੁੱਟਣਾ ਮਾਰਨਾ ਨਹੀਂ ਹੈ, ਅਸੀਂ ਕੀ ਹੈ ਇੱਕ ਫੈਸਿਲੀਟੇਟਰ ਦੇ ਤੌਰ 'ਤੇ ਕੰਮ ਕਰਾਂਗੇ। ਕਿਉਂਕਿ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਐਜੂਕੇਸ਼ਨ ਹੈ ਉਹ ਕੀ ਹੈ ਸਾਡੇ ਕੋਲ ਜੀ? ਚਾਈਲਡ ਸੈਂਟਰਡ। ਠੀਕ ਹੈ, ਤਾਂ ਇਸ ਕਰਕੇ ਜਿਹੜਾ ਟੀਚਰ ਦਾ ਸਿਰਫ ਤੇ ਸਿਰਫ ਜਿਹੜਾ ਰੋਲ ਹੈ ਅੱਜ ਫੈਸਿਲੀਟੇਟਰ ਦਾ ਰੋਲ ਹੈ। ਤਾਂ ਬੱਚਾ ਜਿਹੜਾ ਹੈ ਐਕਟਿਵ ਹੈ। ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਪੜ੍ਹਿਆ ਸੀ ਕਿ ਬੱਚੇ ਕੀ ਹੁੰਦੇ ਨੇ ਜੀ? ਨੰਨੇ ਵਿਗਿਆਨੀ। ਠੀਕ ਹੈ ਜੀ, ਤਾਂ ਇਸ ਕਰਕੇ ਬੱਚਾ ਜਿਹੜਾ ਹੈ ਕਦੇ ਵੀ ਗਲਤ ਨਹੀਂ ਹੁੰਦਾ। ਉਸ ਤੋਂ ਬਾਅਦ ਜਿਹੜਾ ਹੈ ਅਸੀਂ ਅਗਲਾ ਟੌਪਿਕ ਕਰ ਰਹੇ ਹਾਂ, ਜਿਹੜਾ ਮੇਨ ਜਿਹੜਾ ਸਾਡਾ ਟੌਪਿਕ ਹੈ ਗਰੋਥ ਐਂਡ ਡਿਵੈਲਪਮੈਂਟ, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਜੀ? ਵਾਧਾ ਤੇ ਵਿਕਾਸ। ਜਿਹੜਾ ਇਹ ਵਾਲਾ ਟੌਪਿਕ ਹੈ ਇਹ ਬਹੁਤ ਹੀ ਧਿਆਨ ਨਾਲ ਟੌਪਿਕ ਕਰਨਾ ਹੈ ਜੀ, ਕਿਉਂਕਿ ਇਹ ਜਿਹੜਾ ਟੌਪਿਕ ਹੈ ਇਸ ਦੇ ਵਿੱਚੋਂ ਹਰ ਸਾਲ ਤਕਰੀਬਨ 5 ਤੋਂ 6 ਕੁਐਸਚਨ ਤਾਂ ਆਉਂਦੇ ਹੀ ਆਉਂਦੇ ਨੇ। ਤੇ ਚੈਪਟਰ ਈਜ਼ੀ ਵੀ ਹੈ ਤੇ ਵੱਡਾ ਵੀ ਹੈ, ਸਭ ਤੋਂ ਵੱਡਾ। ਤੇ ਇਹ ਜਿਹੜਾ ਹੈ ਇਸ ਕਰਕੇ ਇਸ ਚੈਪਟਰ ਵੱਲ ਨੂੰ ਪੂਰਾ ਧਿਆਨ ਨਾਲ ਲਾ ਕੇ ਤੁਸੀਂ ਜਿਹੜਾ ਹੈ ਇਸ ਚੈਪਟਰ ਨੂੰ ਸੁਣਨਾ ਹੈ। ਤੇ ਇਹ ਚੈਪਟਰ ਜਿਹੜਾ ਹੈ ਇਹਨੂੰ ਤੁਸੀਂ ਕਿ ਆਪਣੇ ਆਸ-ਪਾਸ ਦੇ ਬੱਚਿਆਂ ਦੇ ਨਾਲ ਰਿਲੇਟ ਕਰਨਾ, ਤਾਂ ਉਹਦੇ ਨਾਲ ਜਿਹੜੀਆਂ ਚੀਜ਼ਾਂ ਈਜ਼ੀਲੀ ਸਮਝ ਆਉਣਗੀਆਂ। ਤਾਂ ਪਹਿਲਾਂ ਅਸੀਂ ਪੜ੍ਹ ਰਹੇ ਹਾਂ ਜੀ ਡਿਵੈਲਪਮੈਂਟ ਮਤਲਬ ਕਿ ਵਿਕਾਸ। ਵਿਕਾਸ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਕੀ ਹੈ ਪ੍ਰੀਨੇਟਲ ਸਟੇਜ ਤੋਂ ਸ਼ੁਰੂ ਹੋ ਜਾਂਦਾ ਹੈ। ਇਹ ਸਟੇਜਸ ਬਾਰੇ ਆਪਾਂ ਅੱਗੇ ਵੀ ਪੜਾਂਗੇ। ਤੇ ਇੱਥੇ ਕੀ ਹੈ ਪ੍ਰੀਨੇਟਲ ਸਟੇਜ ਮਤਲਬ ਕਿ ਮਾਂ ਦੇ ਗਰਭ ਦੇ ਵਿੱਚ ਜਦੋਂ ਤੋਂ ਜਿਹੜਾ ਹੈ ਬੱਚਾ ਜਿਹੜਾ ਹੈ ਬਣਨਾ ਸ਼ੁਰੂ ਹੁੰਦਾ ਹੈ, ਉੱਥੋਂ ਤੋਂ ਜਿਹੜਾ ਆਪਣਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਠੀਕ ਹੈ ਜੀ, ਯਾਨੀ ਕਨਸੈਪਸ਼ਨ ਤੋਂ ਜਿਹੜਾ ਹੈ ਬੱਚੇ ਦਾ ਵਿਕਾਸ ਸ਼ੁਰੂ ਹੋ ਜਾਂਦਾ। ਫਿਰ ਕੀ ਹੈ ਜੀ? ਡਿਵੈਲਪਮੈਂਟ ਜਿਹੜਾ ਹੈ ਸਾਡਾ ਜਿਹੜਾ ਵਿਕਾਸ ਹੈ ਉਹ ਸਾਰੀ ਉਮਰ ਚੱਲਦਾ ਰਹਿੰਦਾ। ਇਸ ਕਰਕੇ ਇਹ ਕੀ ਹੈ ਏਜ ਰਿਲੇਟਡ ਚੇਂਜਸ ਹੁੰਦੇ ਨੇ, ਜ਼ਿੰਦਗੀ ਭਰ ਸਾਡੇ ਸਰੀਰ ਦੇ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਨੇ। ਤੀਸਰਾ ਪੁਆਇੰਟ ਕੀ ਹੈ ਕਿ ਗੋਇੰਗ ਫਰੋਮ ਡਿਪੈਂਡੈਂਸੀ ਟੂ ਆਟੋਨੋਮੀ। ਡਿਪੈਂਡੈਂਸੀ ਮਤਲਬ ਜਿਵੇਂ ਅਸੀਂ ਛੋਟੇ ਬੱਚੇ ਹੁੰਦੇ ਹਾਂ ਤਾਂ ਉਸ ਟਾਈਮ ਜਿਹੜਾ ਅਸੀਂ ਸਭ 'ਤੇ ਕੀ ਹੈ ਡਿਪੈਂਡ ਕਰਦੇ ਹਾਂ ਆਪਣੇ ਕੰਮ ਦੇ ਲਈ। ਫਿਰ ਕੀ ਹੁੰਦਾ ਹੈ ਕਿ ਆਪਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਵੱਡੇ ਹੁੰਦੇ ਹਾਂ ਫਿਰ ਕੀ ਹੁੰਦੇ ਆਟੋਨੋਮੀ ਮਤਲਬ ਅਸੀਂ ਕੀ ਹੈ ਸਵੈ ਵੱਲ ਜਾਂਦੇ ਹਾਂ, ਆਪਣੇ ਕੰਮ ਜਿਹੜੇ ਹੈ ਆਪ ਕਰਨੇ ਸ਼ੁਰੂ ਕਰ ਦਿੰਦੇ ਹਾਂ। ਫਿਰ ਇਹ ਕੀ ਹੁੰਦਾ? ਪ੍ਰੋਗਰੈਸਿਵ ਹੁੰਦਾ ਕਿ ਜਿਹੜਾ ਡਿਵੈਲਪਮੈਂਟ ਹੈ ਹਮੇਸ਼ਾ ਅੱਗੇ ਹੀ ਵੱਧਦਾ ਹੈ, ਪਿੱਛੇ ਕਦੇ ਵੀ ਨਹੀਂ ਆਏਗਾ, ਤੇ ਸਿਸਟਮੈਟਿਕ ਚੇਂਜ ਹੁੰਦਾ ਹੈ। ਨੈਕਸਟ ਜਿਹੜਾ ਹੈ ਸਾਡੇ ਕੋਲ ਜਿਹੜਾ ਹੈ ਵਿਕਾਸ ਜੋ ਹੁੰਦਾ ਉਹ ਕੀ ਹੁੰਦਾ ਹੈ? ਇਰਰਿਵਰਸੀਬਲ ਮਤਲਬ ਕਿ ਨਾ ਉਲਟਾਉਣ ਯੋਗ। ਕਿ ਜਿਹੜਾ ਵਿਕਾਸ ਜਿਹੜਾ ਹੈ ਕਦੇ ਵੀ ਜੇ ਅਸੀਂ ਅੱਜ 5 ਸਾਲ ਦੇ ਹਾਂ ਤਾਂ ਅਸੀਂ ਜਿਹੜਾ ਹੈ ਬਾਅਦ 'ਚ ਜਿਹੜਾ ਹੈ ਵਾਪਸ ਜਿਹੜੇ 4 ਸਾਲ 'ਤੇ ਨਹੀਂ ਆ ਸਕਦੇ। ਠੀਕ ਹੈ ਜੀ, ਤਾਂ ਇਸ ਕਰਕੇ ਇਹ ਕੀ ਹੁੰਦਾ? ਇਰਰਿਵਰਸੀਬਲ ਹੈ। ਫਿਰ ਜਿਹੜਾ ਹੈ ਵਿਕਾਸ ਦੇ ਵਿੱਚ ਹੁਣ ਸਾਡਾ ਜਿਹੜਾ ਵਿਕਾਸ ਹੁੰਦਾ ਹੈ ਉਹ ਫਿਜ਼ੀਕਲੀ ਹੁੰਦਾ, ਕੋਗਨੀਸ਼ਨ ਹੁੰਦਾ ਹੈ ਤੇ ਸੋਸ਼ਲ ਹੁੰਦਾ, ਤੇ ਇਸ ਤੋਂ ਇਲਾਵਾ ਜਿਹੜਾ ਵਿਕਾਸ ਸਾਡਾ ਇਮੋਸ਼ਨਲ ਵੀ ਹੁੰਦਾ ਹੈ। ਇਹ ਹੁਣ ਇਹਦੀ ਦਰ ਕਿਵੇਂ ਹੈ? ਜਿਸ ਪਹਿਲਾਂ ਕੀ ਹੁੰਦਾ ਸਾਡਾ ਜਿਹੜਾ ਸਰੀਰਕ ਵਿਕਾਸ ਹੁੰਦਾ ਜਦੋਂ ਬੱਚਾ ਬਣਨਾ ਸ਼ੁਰੂ ਹੁੰਦਾ, ਇਸ ਕਰਕੇ ਉਹ ਕੀ ਸਾਡਾ ਪਹਿਲਾਂ ਸ਼ੁਰੂ ਹੋ ਜਾਂਦਾ ਸਰੀਰਕ ਵਿਕਾਸ। ਉਸ ਤੋਂ ਬਾਅਦ ਜਿਵੇਂ ਜਿਵੇਂ ਸਾਡਾ ਸਰੀਰਕ ਵਿਕਾਸ ਹੁੰਦਾ ਫਿਰ ਸਾਡੀ ਕੀ ਹੈ ਬੁੱਧੀ ਯਾਨੀ ਸਾਡੀ ਇੰਟੈਲੀਜੈਂਸ ਕੋਗਨੀਸ਼ਨ ਜਿਹੜੀ ਹੈ ਉਹ ਡਿਵੈਲਪ ਹੁੰਦੀ ਹੈ। ਜਿਵੇਂ ਸਾਡੀ ਕੋਗਨੀਸ਼ਨ ਡਿਵੈਲਪ ਹੁੰਦੀ ਹੈ ਅਸੀਂ ਕੀ ਕਰਦੇ ਹਾਂ ਸੋਸ਼ਲ ਲਾਈਫ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਹਾਂ, ਸਮਾਜਿਕ ਜੀਵਨ ਦੇ ਵਿੱਚ। ਅਤੇ ਜਿਵੇਂ ਅਸੀਂ ਸਮਾਜਿਕ ਜੀਵਨ ਦੇ ਵਿੱਚ ਆਉਂਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਸਾਡਾ ਕੀ ਹੈ ਭਾਵਨਾਤਮਕ ਅਤੇ ਇਮੋਸ਼ਨਲ ਜਿਹੜਾ ਹੈ ਡਿਵੈਲਪਮੈਂਟ ਹੋ ਜਾਂਦੀ ਹੈ। ਤਾਂ ਇਸ ਕਰਕੇ ਤੁਸੀਂ ਅੱਗੇ ਤੋਂ ਯਾਦ ਰੱਖਣਾ ਜੀ ਇਹ ਕੀ ਹੁੰਦੀ ਹੈ ਸਾਡੇ ਕੋਲ PCSE ਦੀ ਜਿਹੜੀ ਹੈ ਸਾਡੇ ਕੋਲ ਸੀਰੀਜ਼ ਬਣ ਜਾਂਦੀ ਹੈ। PCS ਤੇ
ए मतलब पहला साडा फिजिकल डिवेलपमेंट होएगी, उस तो बाद साडी कोगनीशन होएगी, तो उस तो बाद सोशल, तो उस तो बाद की होएगी इमोशनल जिहड़ी डिवेलपमेंट हुंदी है। तो ये जिहड़ी डिवेलपमेंट है इदां चलदी रहिंदी है। ਹੁਣ ਅਸੀਂ ਦੇਖਾਂਗੇ ਜੀ ਗਰੋਥ ਤੇ ਡਿਵੈਲਪਮੈਂਟ ਦੇ ਵਿੱਚ ਕੀ ਹੈ ਅੰਤਰ ਹੁੰਦਾ ਹੈ। ਜ਼ਿਆਦਾਤਰ ਜਿਹੜਾ ਹੈ ਲੋਕ ਜਿਹੜਾ ਗਰੋਥ ਤੇ ਡਿਵੈਲਪਮੈਂਟ ਨੂੰ ਸੇਮ ਹੀ ਸਮਝਦੇ, ਪਰ ਗਰੋਥ ਤੇ ਡਿਵੈਲਪਮੈਂਟ ਕਦੇ ਵੀ ਸੇਮ ਨਹੀਂ ਹੁੰਦੇ ਜੀ। ਗਰੋਥ ਨੂੰ ਆਪਾਂ ਕੀ ਕਹਿੰਦੇ ਆ ਵਾਧਾ, ਤੇ ਡਿਵੈਲਪਮੈਂਟ ਦਾ ਮਤਲਬ ਹੁੰਦਾ ਹੈ ਵਿਕਾਸ। ਤਾਂ ਵਾਧਾ ਕੀ ਹੈ, ਵਾਧਾ ਕਾਹਦੇ 'ਚ ਹੁੰਦਾ ਸਾਡਾ ਜੀ ਫਿਜ਼ੀਕਲ ਐਸਪੈਕਟ ਜਿਹੜਾ ਸਾਨੂੰ ਦਿਖਾਈ ਦਿੰਦਾ, ਜਿਵੇਂ ਸਾਡਾ ਆਕਾਰ ਵੱਧ ਗਿਆ, ਠੀਕ, ਸਾਡੀ ਉਚਾਈ, ਠੀਕ ਹੈ, ਸਾਡੀ ਲੰਬਾਈ, ਸਾਡੇ ਭਾਰ ਦੇ ਵਿੱਚ ਵਾਧਾ ਹੁੰਦਾ। ਤਾਂ ਇਹ ਜਿਹੜੀਆਂ ਚੀਜ਼ਾਂ ਸਾਡੀਆਂ ਵਿਜ਼ੀਬਲ ਹੁੰਦੀਆਂ ਨੇ, ਫਿਜ਼ੀਕਲ ਆਸਪੈਕਟ ਹੁੰਦੀਆਂ ਨੇ, ਉਹ ਕੀ ਹੁੰਦੀ ਹੈ ਜੀ ਗਰੋਥ। ਪਰ ਜਦੋਂ ਸਾਡਾ ਜਿਹੜਾ ਓਵਰਆਲ ਚੇਂਜ ਆ ਜਾਂਦੀ ਹੈ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕਿ ਡਿਵੈਲਪਮੈਂਟ ਹੁੰਦੀ ਹੈ। ਜਿਵੇਂ ਸਾਡਾ ਫਿਜ਼ੀਕਲ, ਇਹਦੇ 'ਚ ਫਿਜ਼ੀਕਲ ਤਾਂ ਆਏਗਾ ਹੀ ਆਏਗਾ ਜੀ, ਫਿਜ਼ੀਕਲ ਆਸਪੈਕਟ ਤਾਂ ਸਾਡਾ ਵੱਧ ਹੀ ਰਿਹਾ। ਉਸ ਤੋਂ ਇਲਾਵਾ ਜਿਹੜਾ ਸਾਡਾ ਸੋਸ਼ਲ ਹੋ ਗਿਆ ਜਾਂ ਇਮੋਸ਼ਨਲ ਹੈ, ਠੀਕ ਹੈ, ਮੋਰਲ ਹੈ, ਜਾਂ ਫਿਰ ਜਿਹੜੀਆਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਉਹ ਵਿਖਾਈ ਨਹੀਂ ਦੇਣੀ ਹੈ। ਜਿਵੇਂ ਅੱਜ ਜਿਹੜੀ ਆ ਸਾਡੀ ਜਿਹੜੀ ਆ 250 ਗ੍ਰਾਮ ਸਮਝ ਹੋ ਗਈ, ਕੱਲ੍ਹ ਆਪਾਂ ਕੀ ਕਹਿ ਦਈਏ 500 ਗ੍ਰਾਮ ਸਮਝ ਹੋ ਗਈ, ਇਹ ਚੀਜ਼ਾਂ ਨਹੀਂ ਹੁੰਦੀਆਂ। ਤਾਂ ਇਹਦੇ ਨਾਲ ਚੱਲ ਕੀ ਆ ਓਵਰਆਲ ਜਿਹੜਾ ਚੇਂਜਸ ਆਉਣਗੇ ਪੂਰੀ ਬਾਡੀ ਦੇ ਵਿੱਚ ਸਾਡੇ। ਨੈਕਸਟ ਜਿਹੜਾ ਹੈ ਉਹ ਕੀ ਹੁੰਦਾ ਕਿ ਜੀ ਇਹ ਜਿਹੜੀ ਗਰੋਥ ਹੁੰਦੀ ਆ ਉਹ ਕੀ ਹੁੰਦੀ ਹੈ ਕਿਸੇ ਇੱਕ ਸਰਟਨ ਏਜ 'ਤੇ ਜਾ ਕੇ ਜਿਹੜੀ ਆ ਰੁਕ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਮੈਚੂਰੇਸ਼ਨ ਜਾਂ ਫਿਰ ਪਰਿਪੱਕਤਾ। ਜਿਵੇਂ ਸਾਡੀ ਜਿਹੜੀ ਆ ਲੰਬਾਈ ਹੈ ਜਿਹੜੀ ਉਹ ਕੀ ਹੈ ਸਾਰੀ ਉਮਰ ਨਹੀਂ ਵੱਧਦੀ ਹੈ, ਠੀਕ ਹੈ, ਉਹ ਇੱਕ ਸਰਟਨ ਪੀਰੀਅਡ 'ਤੇ ਜਾ ਕੇ ਸਟਾਪ ਕਰ ਜਾਂਦੀ ਹੈ। ਬਟ ਜਿਹੜੀ ਡਿਵੈਲਪਮੈਂਟ ਹੈ ਉਹ ਕੀ ਹੁੰਦੀ ਹੈ ਸਾਰੇ ਜਿਹੜੀ ਹੈ ਸਾਡੀ ਉਮਰ ਚੱਲਦੀ ਰਹਿੰਦੀ, ਜਿਹਨੂੰ ਆਪਾਂ ਕਹਿੰਦੇ ਹਾਂ ਗਰਭ ਤੋਂ ਕਬਰ ਤੱਕ। ਇਹ ਤੁਸੀਂ ਯਾਦ ਰੱਖਣਾ ਜੀ, ਇਹ ਬਹੁਤ ਇੰਪੋਰਟੈਂਟ ਆ, ਗਰਭ ਤੋਂ ਜਿਹੜਾ ਕਬਰ ਤੱਕ। ਇਹ ਜਿਹੜਾ ਕੁਐਸਚਨ ਆ ਬਹੁਤ ਵਾਰ ਪੁੱਛ ਲਿਆ ਜਾਂਦਾ ਹੈ ਜੀ, ਡਿਵੈਲਪਮੈਂਟ ਜਿਹੜੀ ਹੈ ਗਰਭ ਤੋਂ ਕਬਰ ਤੱਕ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਵੂਮ ਟੂ ਟੂਮ ਜਾਣਾ, ਠੀਕ ਹੈ ਜੀ। ਨੈਕਸਟ ਹੈ ਜੀ ਸਟਰਕਚਰਲ ਚੇਂਜਸ ਆਪਾਂ ਕਰਾਂਗੇ। ਸਟਰਕਚਰਲ ਚੇਂਜਸ ਉਹੀ ਆ ਗਿਆ ਜੀ ਸਾਡੀਆਂ ਜਿਹੜੀਆਂ ਸਟਰਕਚਰ ਆ ਸਾਡੀ ਬਣਤਰ ਆ ਬਾਹਰੀ ਦੇਖੋ ਉਹਦੇ 'ਚ ਬਦਲਾਵ ਆਉਣਾ, ਜਾਂ ਆਪਾਂ ਇਹਨੂੰ ਕਹਿ ਸਕਦੇ ਐਕਸਟਰਨਲ ਜਾਂ ਫਿਰ ਬਾਹਰੀ ਤੌਰ 'ਤੇ ਜਿਹੜੇ ਤਬਦੀਲੀਆਂ ਆਉਂਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਗਰੋਥ। ਉਸ ਤੋਂ ਇਲਾਵਾ ਜੇ ਸਾਡੇ ਸਟਰਕਚਰ ਦੇ ਨਾਲ ਸਾਡੇ ਫੰਕਸ਼ਨਸ ਦੇ ਵਿੱਚ ਜੀ ਸਾਡੇ ਇੰਟਰਨਲ ਜਿਹੜੀ ਹੈ ਬੁੱਧੀ, ਸਮਝ, ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜੀ ਹੈ ਸਾਡੀ ਡਿਵੈਲਪਮੈਂਟ ਹੁੰਦੀ ਹੈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕਿ ਸਾਡੀ ਡਿਵੈਲਪਮੈਂਟ ਹੈ। ਇਹ ਕੀ ਹੁੰਦੀ ਹੈ ਬਾਹਰੀ ਅਤੇ ਅੰਦਰੂਨੀ ਦੋਨੇ ਤਰ੍ਹਾਂ ਦੀ। ਫਿਰ ਚੌਥਾ ਪੁਆਇੰਟ ਕੀ ਹੈ ਕਿ ਮੈਜ਼ਰੇਬਲ ਹੈ, ਜਿਹੜੀ ਗਰੋਥ ਹੁੰਦੀ ਹੈ ਉਹ ਮਾਪਣ ਯੋਗ ਹੈ, ਜਾਂ ਫਿਰ ਆਪਾਂ ਕੀ ਕਹਿ ਸਕਦੇ ਕੁਆਂਟੀਟੇਟਿਵ ਹੈ, ਪਰਿਮਾਣਾਤਮਕ ਹੈ, ਕਿ ਆਪਾਂ ਭਾਰ ਜਿਹੜਾ ਹੈ ਆਪਣੀ ਲੰਬਾਈ ਹੈ ਆਪਣਾ ਕੱਦ ਹੈ ਉਹਨੂੰ ਕੀ ਹੈ ਮਿਣ ਸਕਦੇ ਹਾਂ। ਪਰ ਜਿਹੜੀ ਆਪਾਂ ਡਿਵੈਲਪਮੈਂਟ ਉਹ ਸਿਰਫ ਅਸੈਸ ਕੀਤੀ ਜਾ ਸਕਦੀ, ਮੁਲਾਂਕਣ ਕਰ ਸਕਦੇ। ਇਹ ਕੁਆਂਟੀਟੇਟਿਵ ਵੀ ਹੈ ਅਤੇ ਕੁਆਲੀਟੇਟਿਵ ਵੀ। ਕੁਆਲੀਟੇਟਿਵ ਕੀ ਹੈ, ਜਿਵੇਂ ਆਪਾਂ ਦਿਮਾਗ ਆਪਣਾ ਸਮਝ ਆ ਆਪਾਂ ਉਹਨੂੰ ਕਾਊਂਟ ਨਹੀਂ ਕਰ ਸਕਦੇ, ਕਿ ਆਪਾਂ ਕਿਸੇ ਪਰਸਨ ਨੂੰ ਇਹ ਨਹੀਂ ਕਹਿ ਸਕਦੇ ਕਿ ਇਹਦੀ ਜਿਹੜੀ ਸਮਝ ਹੈ ਦੂਜੇ ਪਰਸਨ ਦੇ ਨਾਲੋਂ ਜਿਹੜੀ ਹੈ ਇੰਨੇ ਗ੍ਰਾਮ ਜ਼ਿਆਦਾ ਜਾਂ ਐਵੇਂ, ਠੀਕ ਹੈ ਜੀ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਇਹ ਜਿਹੜੀ ਹੈ ਸਾਡੇ ਕੋਲ ਕੁਆਲੀਟੇਟਿਵ ਅਤੇ ਕੁਆਂਟੀਟੇਟਿਵ ਦੋਨੇ। ਗਰੋਥ ਦਾ ਜਿਹੜਾ ਸਕੋਪ ਹੁੰਦਾ ਜੀ ਉਹ ਲਿਮਟਿਡ ਹੁੰਦਾ, ਬਹੁਤ ਛੋਟਾ ਖੇਤਰ ਹੁੰਦਾ, ਅਤੇ ਜਿਹੜਾ ਪਰ ਸਾਡੇ ਕੋਲ ਡਿਵੈਲਪਮੈਂਟ ਉਹ ਕੀ ਹੁੰਦਾ ਵਾਸਟ ਹੁੰਦਾ, ਕਿਉਂਕਿ ਜਿਹੜੀ ਗਰੋਥ ਹੁੰਦੀ ਹੈ ਜੀ ਉਹ ਵੀ ਸਾਡੀ ਇੱਕ ਡਿਵੈਲਪਮੈਂਟ ਦਾ ਹੀ ਪਾਰਟ ਹੈ। ਨੈਕਸਟ ਟੌਪਿਕ ਹੈ ਜੀ ਸਾਡਾ ਟਾਈਪਸ ਜਾਂ ਫਿਰ ਏਰੀਆਜ਼ ਜਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ ਡੋਮੇਨਸ ਆਫ ਦੀ ਡਿਵੈਲਪਮੈਂਟ, ਕਿ ਸਾਡੇ ਕੋਲ ਕਿਸਮਾਂ ਕੀ ਨੇ, ਉਹਦੇ ਕਿਹੜੇ ਕਿਹੜੇ ਖੇਤਰ ਨੇ ਡਿਵੈਲਪਮੈਂਟ ਦੇ। ਇਹ ਸਾਡੇ ਕੋਲ 6 ਖੇਤਰ ਨੇ ਜੀ। ਪਹਿਲਾ ਹੈ ਸਾਡੇ ਕੋਲ ਫਿਜ਼ੀਕਲ, ਕੋਗਨੀਸ਼ਨ, ਸੋਸ਼ਲ, ਇਮੋਸ਼ਨਲ, ਮੋਰਲ, ਠੀਕ ਹੈ, ਇਹ ਸਾਡੇ ਕੋਲ ਨੇ ਜੀ ਇਹਦੇ ਖੇਤਰ ਨੇ, ਟਾਈਪਸ ਨੇ ਇਹਦੀਆਂ। ਹੁਣ ਜਿਹੜਾ ਫਿਜ਼ੀਕਲ ਹੈ ਪਹਿਲਾਂ ਇਹ ਜਿਹੜੇ ਫਿਜ਼ੀਕਲ ਸਾਡੀ ਕੀ ਹੁੰਦੀ ਹੈ ਬਾਡੀ ਰਿਲੇਟਡ ਚੇਂਜਸ, ਜਿਨ੍ਹਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਮੋਟਰ ਸਕਿੱਲਸ। ਮੋਟਰ ਮਤਲਬ ਸਾਡੀਆਂ ਮਸਲਸ ਦੇ ਨਾਲ ਜਿਹੜੀਆਂ, ਕਿਉਂਕਿ ਸਾਡਾ ਜਿਹੜਾ ਫਿਜ਼ੀਕਲ ਕੰਮ ਹੈ ਉਹ ਸਾਡੇ ਮਸਲਸ ਦੀ ਹੈਲਪ ਨਾਲ ਹੁੰਦਾ, ਅਤੇ ਇਸ ਕਰਕੇ ਆਪਾਂ ਕਹਿ ਸਕਦੇ ਇਹਨੂੰ ਮੋਟਰ ਸਕਿੱਲਸ। ਨੈਕਸਟ ਹੈ ਜੀ ਕੋਗਨੀਸ਼ਨ। ਹੁਣ ਜੇ ਸਾਡੀ ਕੋਗਨੀਸ਼ਨ ਹੋਏਗੀ ਤਾਂ ਉਹਦੇ ਨਾਲ ਜਿਹੜਾ ਹੈ ਸਾਡੇ ਕੋਲ ਲੈਂਗੁਏਜ ਜਿਹੜੀ ਹੈ ਡਿਵੈਲਪਮੈਂਟ ਹੋਊਗੀ, ਠੀਕ ਹੈ ਜੀ। ਜੇ ਸਾਡੀ ਬੁੱਧੀ ਦਾ ਸਾਡੀ ਇੰਟੈਲੀਜੈਂਸ ਦਾ ਵਿਕਾਸ ਹੋਊਗਾ ਫਿਰ ਹੀ ਅਸੀਂ ਕੀ ਹੈ ਸਾਡੀ ਲੈਂਗੁਏਜ ਸਾਡੀ ਭਾਸ਼ਾ ਡਿਵੈਲਪ ਹੋਊਗੀ। ਉਸ ਤੋਂ ਬਾਅਦ ਕੀ ਹੈ ਜੀ ਲੌਜਿਕ ਲਾ ਸਕਦੇ ਹਾਂ। ਲੌਜਿਕ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਜੀ ਤਰਕ ਅਸੀਂ ਲਾ ਸਕਦੇ ਹਾਂ। ਪ੍ਰੋਬਲਮ ਸੋਲਵਿੰਗ ਹੋ ਸਕਦੀ ਹੈ ਜੀ, ਸਮੱਸਿਆ ਅਸੀਂ ਜਿਹੜੀ ਆ ਹੱਲ ਕਰ ਸਕਦੇ ਹਾਂ। ਇਹ ਜਿਹੜੇ ਤੁਸੀਂ ਕੀਵਰਡਸ ਜਿਹੜੇ ਨੇ ਧਿਆਨ 'ਚ ਰੱਖਣੇ ਨੇ, ਕਿਉਂਕਿ ਕਈ ਵਾਰ ਤੁਹਾਡੇ ਕੋਗਨੀਸ਼ਨ ਦੇ ਵਿੱਚ ਪਾ ਕੇ ਅੱਗੇ ਤੁਹਾਡੇ 'ਚ ਪੁੱਛ ਲੈਂਦੇ ਆ ਕਿ ਜੀ ਇਹਨਾਂ 'ਚੋਂ ਕਿਹੜਾ ਕੋਗਨੀਸ਼ਨ ਦਾ ਪਾਰਟ ਹੈ ਜਾਂ ਨਹੀਂ ਹੈ, ਤਾਂ ਇਹ ਤਿੰਨੇ ਪੁਆਇੰਟ ਤੁਸੀਂ ਯਾਦ ਕਰੋਗੇ। ਉਸ ਤੋਂ ਬਾਅਦ ਸੋਸ਼ਲ ਅਤੇ ਇਮੋਸ਼ਨਲ, ਇਹਨਾਂ ਦੇ ਵਿੱਚ ਸਾਡੇ ਕੋਲ ਇੱਕ ਮੋਰਲ ਆ ਜਾਂਦੀ ਹੈ। ਅਗਰ ਸਾਡੀ ਸੋਸ਼ਲ ਅਤੇ ਇਮੋਸ਼ਨਲ ਡਿਵੈਲਪਮੈਂਟ ਹੋ ਰਹੀ ਹੈ ਤਾਂ ਸਾਡੇ ਕੋਲ ਮੋਰਲ ਵੀ ਹੋਏਗੀ, ਜਿਹਨੂੰ ਆਪਾਂ ਕਹਿੰਦੇ ਨੈਤਿਕ।
ਸੋਸ਼ਲ ਦੇ ਵਿੱਚ ਜਿਹੜਾ ਹੁੰਦਾ ਸਾਡੇ ਕੋਲ ਕੀ ਹੁੰਦਾ, ਕੋਲੈਬੋਰੇਟਿਵ ਹੁੰਦੀ ਹੈ। ਕੋਲੈਬੋਰੇਟਿਵ ਮਤਲਬ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਬੱਚੇ ਕੰਮ ਕਰਦੇ ਨੇ, ਤੁਹਾਨੂੰ ਇਹ ਕਹਿੰਦੇ ਕੋਲੈਬੋਰੇਟਿਵ ਲਰਨਿੰਗ। ਉਸ ਤੋਂ ਬਾਅਦ ਗਰੁੱਪ ਐਕਟੀਵਿਟੀ, ਜਦੋਂ ਬੱਚੇ ਗਰੁੱਪ ਬਣਾ ਕੇ ਕਰਦੇ ਨੇ ਉਹਨੂੰ ਗਰੁੱਪ ਐਕਟੀਵਿਟੀ ਕਹਿ ਦਾਂਗੇ ਜੀ। ਉਸ ਤੋਂ ਬਾਅਦ ਸਾਡੇ ਕੋਲ ਕੀ ਹੈ, ਮੇਕ ਫਰੈਂਡਸ, ਦੇ ਬੱਚੇ ਕੀ ਹੈ ਫਰੈਂਡਸ ਬਣਾਉਂਦੇ ਆ ਤਾਂ ਉਹਨੂੰ ਵੀ ਆਪਾਂ ਕਹਿ ਦਾਂਗੇ ਕਿ ਫਰੈਂਡਸ ਬਣਾਉਣਾ। ਠੀਕ ਹੈ ਜੀ, ਤਾਂ ਇਹ ਸਾਡੇ ਸੋਸ਼ਲ ਦੇ ਵਿੱਚ ਆ ਗਿਆ। ਇਹਨਾਂ ਤੁਸੀਂ ਜਿਹੜੇ ਕੀ ਪੁਆਇੰਟਸ ਨੇ ਇਹਨਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ। ਬਾਕੀ ਆਪਾਂ ਇਹ ਜਿਹੜੇ ਕੀ ਪੁਆਇੰਟਸ ਨੇ ਆਪਾਂ ਅੱਗੇ ਵੀ ਜਿਹੜੇ ਡਿਸਕਸ ਕਰਾਂਗੇ ਨੈਕਸਟ ਸੋਸ਼ਲਾਈਜੇਸ਼ਨ ਦੇ ਵਿੱਚ। ਹੁਣ ਅਸੀਂ ਪੜ੍ਹਦੇ ਹਾਂ ਜੀ ਸਭ ਤੋਂ ਪਹਿਲਾਂ ਫਿਜ਼ੀਕਲ ਡਿਵੈਲਪਮੈਂਟ ਦੇ ਬਾਰੇ, ਕਿਉਂਕਿ ਜਿਹੜੀਆਂ ਬਾਕੀ ਡਿਵੈਲਪਮੈਂਟਸ ਨੇ ਉਹ ਆਪਾਂ ਹੌਲੀ ਹੌਲੀ ਟੌਪਿਕ ਬਾਈ ਟੌਪਿਕ ਜਿਹੜੇ ਪੜ੍ਹਦੇ ਰਹਾਂਗੇ। ਫਿਜ਼ੀਕਲ ਡਿਵੈਲਪਮੈਂਟ ਯਾਨੀ ਕਿ ਸਾਡਾ ਸਰੀਰਕ ਵਿਕਾਸ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸਾਈਕੋਮੋਟਰ ਡਿਵੈਲਪਮੈਂਟ। ਠੀਕ ਹੈ ਜੀ, ਜਿਹੜਾ ਸਾਡੀ ਜਿਹੜੀ ਆ ਸਾਰੀਆਂ ਮਾਸਪੇਸ਼ੀਆਂ ਜਾਂ ਸਾਡੇ ਮਸਲਸ ਦੀ ਮਦਦ ਦੇ ਨਾਲ ਜਿਹੜੀ ਡਿਵੈਲਪਮੈਂਟ ਹੁੰਦੀ ਹੈ, ਵਿਕਾਸ ਹੁੰਦਾ, ਉਹਨੂੰ ਆਪਾਂ ਕਹਿੰਦੇ ਹਾਂ ਸਾਈਕੋਮੋਟਰ। ਹੁਣ ਇਹ ਜਿਹੜੀ ਸਾਈਕੋਮੋਟਰ ਡਿਵੈਲਪਮੈਂਟ ਹੈ ਇਹ ਦੋ ਤਰੀਕੇ ਦੀ ਹੁੰਦੀ ਹੈ, ਇੱਕ ਗਰੋਸ ਮੋਟਰ ਸਕਿੱਲਸ ਹੁੰਦੀਆਂ ਇਹਦੇ 'ਚ, ਇੱਕ ਹੁੰਦੀ ਆ ਫਾਈਨ ਮੋਟਰ। ਗਰੋਸ ਮੋਟਰ ਮਤਲਬ ਕਿ ਜਿਹੜੀ ਸਾਡੇ ਸਕਿੱਲਸ ਨੇ ਉਹਨਾਂ ਦੇ ਵਿੱਚ ਸਾਡੇ ਵੱਡੇ ਮਸਲ ਯਾਨੀ ਸਾਡੀਆਂ ਵੱਡੀਆਂ ਮਾਸਪੇਸ਼ੀਆਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਰਨਿੰਗ ਹੈ, ਜਿਵੇਂ ਦੌੜਨਾ ਹੋ ਗਿਆ, ਵਾਕਿੰਗ ਹੋ ਗਿਆ, ਇਹਨਾਂ ਸਾਡੇ ਜਿਹੜੀਆਂ ਲੈਗਸ ਦੀਆਂ ਜਿਹੜੀਆਂ ਵੱਡੀਆਂ ਮਸਲ ਦਾ ਯੂਜ਼ ਹੁੰਦਾ। ਦੂਸਰੀ ਤਰਫ ਸਾਡੇ ਕੋਲ ਫਾਈਨ ਮੋਟਰ ਸਕਿੱਲ, ਫਾਈਨ ਮਤਲਬ ਕਿ ਸੂਖਤਮ ਕੁਸ਼ਲ, ਜਿਹਦੇ 'ਚ ਸਾਡੇ ਛੋਟੇ ਮਸਲਸ ਦਾ ਜਿਹੜਾ ਯੂਜ਼ ਹੁੰਦਾ, ਜਿਵੇਂ ਕਢਾਈ ਬਣਾਈ ਹੋ ਗਿਆ, ਪਾਰਲਰ ਹੋ ਗਿਆ, ਬਰੀਕੀ ਕੰਮ ਜਿਹੜਾ ਹੁੰਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਹਿਸਾਬ ਨਾਲ ਕਿ ਬਰੀਕੀ ਕੰਮ ਹੈ ਜਿਹੜਾ ਉਹ ਕੀ ਹੁੰਦਾ ਫਾਈਨ ਮੋਟਰ ਸਕਿੱਲਸ ਦੇ ਨਾਲ ਹੁੰਦਾ। ਜਿਵੇਂ ਜਦੋਂ ਬੱਚਾ ਕੀ ਕਰਦਾ ਹੈ ਕਿ ਪਹਿਲਾਂ ਹੌਲੀ ਹੌਲੀ ਉਹ ਕੀ ਆ ਆਪਣੇ ਬਾਹਾਂ ਚੱਕਣੀਆਂ ਸ਼ੁਰੂ ਕਰਦਾ, ਤਾਂ ਉਹਨੂੰ ਆਪਾਂ ਕਹਿੰਦੇ ਕਿ ਉਹਦੇ ਗਰੋਸ ਮੋਟਰ ਸਕਿੱਲਸ। ਫਿਰ ਹੌਲੀ ਹੌਲੀ ਕੀ ਆ ਉਹ ਆਪਣੀਆਂ ਫਿੰਗਰਸ ਦੀ ਜਿਹੜੀ ਹੈ ਹੈਲਪ ਲੈਣੀ ਸ਼ੁਰੂ ਕਰ ਦਿੰਦਾ, ਤਾਂ ਇਸ ਤਰ੍ਹਾਂ ਕੀ ਹੁੰਦਾ ਕਿ ਉਹ ਕੀ ਆਪਣੇ ਫਾਈਨ ਮੋਟਰ ਸਕਿੱਲਸ ਨੂੰ ਯੂਜ਼ ਕਰਨ। ਹੁਣ ਜਿਹੜਾ ਇੱਕ ਐਗਜ਼ਾਮਪਲ ਕੀ ਹੈ ਕਿ ਸਾਡੇ ਕੋਲ ਬਹੁਤ ਸਾਰੀ ਐਕਟੀਵਿਟੀਜ਼ ਇੱਦਾਂ ਦੀਆਂ ਹੁੰਦੀਆਂ ਜਿਸ 'ਚ ਸਾਡੀ ਗਰੋਸ ਅਤੇ ਫਾਈਨ ਦੋਨਾਂ ਮੋਟਰਸ ਦਾ ਜਿਹੜਾ ਯੂਜ਼ ਹੁੰਦਾ। ਫੋਰ ਐਗਜ਼ਾਮਪਲ ਜਿਵੇਂ ਬੋਲਰ ਹੈ, ਬੋਲਰ ਕੀ ਕਰਦਾ ਜਦੋਂ ਉਹ ਬੋਲ ਪਾਉਣ ਲੱਗਦਾ ਤਾਂ ਕੀ ਹੈ ਰਨ ਕਰਦਾ, ਦੌੜਦਾ ਜੀ। ਦੌੜਨ ਨਾਲ ਕੀ ਉਹਦੀ ਗਰੋਸ ਮੋਟਰ ਸਕਿੱਲਸ ਯੂਜ਼ ਹੋ ਰਹੀਆਂ। ਜਦੋਂ ਉਹ ਸਵਿੰਗ ਕਰਦਾ ਤਾਂ ਉਦੋਂ ਕੀ ਹੋ ਰਹੀਆਂ ਉਹਦੀਆਂ ਫਾਈਨ ਮੋਟਰ ਸਕਿੱਲਸ ਦੀ ਵਰਤੋਂ ਹੋ ਰਹੀ ਹੈ। ਤਾਂ ਇਹ ਸੀ ਸਾਡਾ ਗਰੋਸ ਮੋਟਰ ਅਤੇ ਫਾਈਨ ਮੋਟਰ ਸਕਿੱਲ। ਨੈਕਸਟ ਟੌਪਿਕ ਹੈ ਜੀ ਸਾਡਾ ਸਫੈਲੋਕੌਡਲ ਸੀਕੁਐਂਸ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ, ਤਾਂ ਨਾ ਜੀ ਪੂਰਾ ਜਿਹੜਾ ਫੇਵਰਟ ਕੁਐਸਚਨ ਹੈ ਜੀ ਡਿਪਾਰਟਮੈਂਟ ਦਾ। ਠੀਕ ਹੈ ਜੀ, ਹਰ ਵਾਰ ਜਿਹੜਾ ਇਹ ਕੁਐਸਚਨ ਜਿਹੜਾ ਹੈ ਸਾਡਾ ਪੁੱਛਿਆ ਹੀ ਜਾਂਦਾ ਹੈ। ਸਫੈਲੋਕੌਡਲ ਜਿਹੜਾ ਸੀਕੁਐਂਸ ਹੈ ਇਹਦੇ ਵਿੱਚ ਕੀ ਹੁੰਦਾ ਕਿ ਹੈਡ ਟੋ ਡਿਵੈਲਪਮੈਂਟ ਦੀ ਯਾਨੀ ਸਿਰ ਤੋਂ ਪੈਰ, ਕਿ ਬੱਚੇ ਦਾ ਜਿਹੜਾ ਹੈ ਪਹਿਲਾਂ ਕੀ ਹੋਏਗਾ ਸਿਰ ਡਿਵੈਲਪ ਹੋਣਾ ਸ਼ੁਰੂ ਹੋਏਗਾ, ਉਸ ਤੋਂ ਬਾਅਦ ਕੀ ਆ ਉਹਦੇ ਪੈਰ ਜਿਹੜੇ ਆ ਬਣਨੇ ਸ਼ੁਰੂ ਹੋ ਜਾਣਗੇ। ਜਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ ਕਿ ਬੱਚਾ ਜਿਵੇਂ ਛੋਟਾ ਹੁੰਦਾ ਤਾਂ ਪਹਿਲਾਂ ਕੀ ਹੈ ਉਹ ਆਪਣੇ ਹੌਲੀ ਹੌਲੀ ਸਿਰ ਜਿਹੜਾ ਹੈ ਉਹਨੂੰ ਜਿਹੜਾ ਹੈ ਚੱਕਣ ਦੀ ਕੋਸ਼ਿਸ਼ ਕਰਦਾ, ਅਤੇ ਉਸ ਤੋਂ ਬਾਅਦ ਆਪਣੇ ਹੌਲੀ ਹੌਲੀ ਜਿਹੜਾ ਬਾਕੀ ਬਾਡੀ ਵੱਲ ਆਉਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ ਜੀ, ਜਿਵੇਂ ਪਹਿਲਾਂ ਸਿਰ ਚੱਕਦਾ ਹੈ ਫਿਰ ਹੌਲੀ ਹੌਲੀ ਉਹ ਬੈਠਣਾ ਸਿੱਖਦਾ ਅਤੇ ਉਸ ਤੋਂ ਬਾਅਦ ਕੀ ਹੈ ਉਹ ਆਪਣਾ ਦੌੜਨਾ ਸਿੱਖਦਾ ਹੈ। ਠੀਕ ਹੈ ਜੀ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਸਫੈਲੋਕੌਡਲ ਸੀਕੁਐਂਸ ਕੀ ਹੁੰਦਾ ਸਿਰ ਤੋਂ ਪੈਰ ਵੱਲ। ਦੂਜਾ ਕੀ ਹੈ ਜੀ ਪ੍ਰੋਕਸੀਮੋ ਡਿਸਟਲ ਸੀਕੁਐਂਸ, ਯਾਨੀ ਸੈਂਟਰ ਤੋਂ ਆਊਟਵਰਡ ਜਾਣਾ, ਕਿ ਜਿਹੜੀ ਮੰਨ ਲਓ ਕਿ ਇਹ ਇੱਕ ਬੱਚਾ ਹੈ। ਠੀਕ ਹੈ, ਇਹਦੀ ਸੈਂਟਰ ਜਿਹੜਾ ਹੈ ਮੰਨ ਲਓ ਇਹ ਬਾਡੀ ਦਾ ਸੈਂਟਰ ਹੈ, ਇਹਦੇ ਸ਼ੋਲਡਰ ਜਿਹੜਾ ਇੱਥੋਂ ਜਿਹੜਾ ਹੀ ਹੈ ਉਹਦੀ ਡਿਵੈਲਪਮੈਂਟ ਜਿਹੜੀ ਆ ਬਾਹਰ ਵੱਲ ਨੂੰ ਆਉਣੀ ਸ਼ੁਰੂ ਹੋਏਗੀ। ਮਤਲਬ ਪਹਿਲਾਂ ਉਹ ਆਪਣੇ ਮੋਢੇ ਜਿਹੜੇ ਹੈ ਉਹਨਾਂ ਨੂੰ ਚੱਕਣਾ ਸ਼ੁਰੂ ਕਰੇਗਾ, ਆਪਣੀਆਂ ਬਾਹਾਂ ਨੂੰ, ਅਤੇ ਫਿਰ ਆਪਣੀਆਂ ਫਿੰਗਰਸ ਨੂੰ ਚੱਕਣਾ ਸ਼ੁਰੂ ਕਰੇਗਾ। ਤਾਂ ਇਸ ਤਰ੍ਹਾਂ ਜਿਹੜੀ ਇਹ ਹੁੰਦੀ ਆ ਪ੍ਰੋਕਸੀਮੋ ਡਿਸਟਲ ਸੀਕੁਐਂਸ ਹੁੰਦੀ, ਜਿਹਨੀ ਰੀੜ੍ਹ ਦੀ ਹੱਡੀ ਜਿਹੜੀ ਹੈ ਜਿਹਦੇ ਵਿੱਚ ਪਹਿਲਾਂ ਡਿਵੈਲਪ ਹੁੰਦੀ ਹੈ ਅਤੇ ਉਸ ਤੋਂ ਬਾਅਦ ਜਿਹੜੀਆਂ ਉਹਦੇ ਬਾਕੀ ਦੇ ਹੱਥ ਪੈਰ ਜਿਹੜੇ ਹੈ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ ਜੀ। ਹੁਣ ਆਪਾਂ ਕੀ ਕਹਿ ਸਕਦੇ ਕਿ ਡਿਵੈਲਪਮੈਂਟ ਕੀ ਹੈ, ਹੁਣ ਸਾਡੇ ਕੋਲ ਵਿਕਾਸ ਜਿਹੜਾ ਹੈ ਉਹ ਕੀ ਹੋ ਗਿਆ, ਉਹ 'ਚ ਗਰੋਥ ਵੀ ਹੋਊਗੀ, ਸਾਡੀ ਵਾਧਾ ਵੀ ਆਏਗਾ। ਕੈਪੇਬਿਲਿਟੀ ਸਾਡੀ ਕਿੰਨੀ ਕੁ ਸਮਰੱਥ ਹੈ, ਕੈਪੈਸਿਟੀ ਕਿੰਨੀ ਹੈ, ਮੈਚੂਰੇਸ਼ਨ ਯਾਨੀ ਪਰਿਪੱਕਤਾ ਕਿੰਨੀ ਹੈ, ਮੈਚੂਰੇਸ਼ਨ ਅਸੀਂ ਪੜ੍ਹਾਂਗੇ, ਪਲੱਸ ਸਾਡੀ ਇੰਟਰੈਕਸ਼ਨ ਕੀ ਹੈ ਇਨਵਾਇਰਮੈਂਟ ਨਾਲ। ਇਹਨਾਂ ਸਾਰੀਆਂ ਚੀਜ਼ਾਂ ਨੇ ਮਿਲਾ ਕੇ ਜਿਹੜੀ ਹੈ ਸਾਡੀ ਕੀ ਹੁੰਦੀ ਹੈ ਜੀ ਗਰੋਥ ਹੁੰਦੀ ਹੈ, ਡਿਵੈਲਪਮੈਂਟ ਹੁੰਦੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਵਿਕਾਸ ਇਸ ਤਰ੍ਹਾਂ ਕੀ ਹੈ ਕਿ ਵਿਕਾਸ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਸਿਰਫ ਅਤੇ ਸਿਰਫ ਇਕੱਲੀ ਜਿਹੜੀ ਹੈ ਗਰੋਥ ਜਾਂ ਫਿਰ ਮੈਚੂਰੇਸ਼ਨ ਜਿਹੜੀ ਹੈ ਉਹਦੇ 'ਤੇ ਡਿਪੈਂਡ ਨਹੀਂ ਕਰਦਾ। ਗਰੋਥ ਜਿਹੜਾ ਹੈ ਸਾਡੀ ਕੈਪੈਸਿਟੀ, ਸਾਡਾ ਇਨਵਾਇਰਮੈਂਟ ਅਤੇ ਸਾਡੀ ਮੈਚੂਰੇਸ਼ਨ ਸਭ 'ਤੇ ਜਿਹੜਾ ਹੈ ਡਿਪੈਂਡ ਕਰੇਗਾ। ਹੁਣ ਅਸੀਂ ਪੜ੍ਹਦੇ ਹਾਂ ਜੀ ਮੈਚੂਰੇਸ਼ਨ ਕੀ ਹੁੰਦੀ ਹੈ। ਮੈਚੂਰੇਸ਼ਨ ਯਾਨੀ ਕਿ ਪਰਿਪੱਕਤਾ ਇਹ ਡਿਪੈਂਡ ਕਰਦੀ ਹੈ ਜੀ
ਸਾਡੀ ਹੈਰੀਡਿਟੀ, ਸਾਡੀ ਜੱਦੀ ਗੁਣਾਂ 'ਤੇ, ਮਤਲਬ ਸਾਡੇ ਪੇਰੈਂਟਸ, ਸਾਡੇ ਜੀਨਸ ਦੇ ਉੱਤੇ ਜਿਹੜੀ ਹੈ ਸਾਡੀ ਮੈਚੂਰੇਸ਼ਨ ਡਿਪੈਂਡ ਕਰਦੀ ਹੈ ਕਿ ਅਸੀਂ ਕੋਈ ਚੀਜ਼ ਜਿਹੜੀ ਹੈ ਕਿੰਨੀ ਈਜ਼ੀਲੀ ਜਿਹੜੀ ਹੈ ਸਿੱਖ ਸਕਦੇ ਹਾਂ। ਉਹ ਡਿਪੈਂਡ ਕਰੇਗੀ ਜੀ ਸਾਡੀ ਹੈਰੀਡਿਟੀ ਦੇ ਉੱਤੇ, ਵਿਰਾਸਤ ਦੇ ਉੱਤੇ। ਉਸ ਤੋਂ ਨੈਕਸਟ ਹੈ ਜੀ ਲਰਨਿੰਗ, ਜਿਹਨੂੰ ਆਪਾਂ ਕਹਿੰਦੇ ਹਾਂ ਸਿੱਖਣਾ। ਲਰਨਿੰਗ ਇਜ਼ ਦੀ ਡਿਵੈਲਪਮੈਂਟ ਦੈਟ ਕਮਸ ਫਰੋਮ ਐਫਰਟਸ ਐਂਡ ਪ੍ਰੈਕਟਿਸ। ਯਾਨੀ ਲਰਨਿੰਗ ਜਿਹੜਾ ਹੈ ਇੱਦਾਂ ਦੀ ਡਿਵੈਲਪਮੈਂਟ ਹੈ, ਇੱਦਾਂ ਦਾ ਵਿਕਾਸ ਹੈ ਜਿਹੜੀ ਆਪਾਂ ਕੋਸ਼ਿਸ਼ ਕਰਕੇ, ਯਾਨੀ ਐਫਰਟ ਲਾ ਕੇ ਅਤੇ ਪ੍ਰੈਕਟਿਸ ਕਰਕੇ ਹੀ ਸਿੱਖ ਸਕਦੇ ਹਾਂ। ਹੁਣ ਆਪਾਂ ਪੜਾਂਗੇ ਜੀ ਰਿਲੇਸ਼ਨ ਕੀ ਹੈ ਬਿਟਵੀਨ ਮੈਚੂਰੇਸ਼ਨ ਐਂਡ ਲਰਨਿੰਗ। ਮੈਚੂਰੇਸ਼ਨ ਕੀ ਹੈ ਸਾਡੀ ਹੈਰੀਡਿਟੀ 'ਤੇ ਡਿਪੈਂਡ ਕਰਦੀ ਹੈ, ਅਤੇ ਲਰਨਿੰਗ ਜਿਹੜੀ ਹੁੰਦੀ ਹੈ ਸਾਡੇ ਇਨਵਾਇਰਮੈਂਟ, ਸਾਡਾ ਆਸ-ਪਾਸ ਦਾ ਮਾਹੌਲ ਕਿੱਦਾਂ ਦਾ ਹੈ। ਤਾਂ ਇਸ ਕਰਕੇ ਇਹਨਾਂ ਦੋਨਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਜੀ ਕੀ ਰਿਲੇਸ਼ਨ। ਹੁਣ ਪਹਿਲਾਂ ਕੀ ਹੈ ਕਿ ਨੋਟ ਸੈਪਰੇਟ ਐਂਡ ਡਿਸਟਿੰਕਟ ਕਾਜ਼ਜ਼ ਆਫ ਦੀ ਡਿਵੈਲਪਮੈਂਟ, ਮਤਲਬ ਕੀ ਹੈ ਕਿ ਵਿਕਾਸ ਦੇ ਇਹ ਜਿਹੜੇ ਆਪਣੇ ਕੋਲ ਅਲੱਗ-ਅਲੱਗ ਕਾਰਨ ਨੇ ਬਲਕਿ ਅੰਤਰ ਰਿਲੇਟਡ ਨੇ। ਹੁਣ ਜੇ ਆਪਾਂ ਕਹਿ ਦਈਏ ਕਿ ਇਕੱਲੀ ਜਿਹੜੀ ਮੈਚੂਰੇਸ਼ਨ ਆ ਉਹਦੇ ਨਾਲ ਹੀ ਜਿਹੜਾ ਹੈ ਬੱਚਾ ਜਿਹੜਾ ਇੰਟੈਲੀਜੈਂਟ ਹੋਏਗਾ, ਤਾਂ ਉਹ ਜੀ ਗਲਤ ਹੈ। ਕਿਉਂਕਿ ਜੇ ਬੱਚਾ ਮੈਚੂਰੇਸ਼ਨ ਹੈ, ਮੰਨ ਲਓ ਉਹਦੇ ਕੋਲ ਇੰਟੈਲੀਜੈਂਸ ਤਾਂ ਹੈ, ਪਰ ਜੇ ਉਹ ਪ੍ਰੈਕਟਿਸ ਹੀ ਨਾ ਕਰੇ ਫਿਰ ਕੀ ਆ, ਉਹ ਇੰਟੈਲੀਜੈਂਸ ਕਿਸੇ ਕੰਮ ਦੀ ਨਹੀਂ ਰਹੂਗੀ ਜੀ। ਹੁਣ ਜਿਹੜੀ ਮੈਚੂਰੇਸ਼ਨ ਹੈ, ਮੈਚੂਰੇਸ਼ਨ ਆਪਾਂ ਕੀ ਕਹਿ ਸਕਦੇ ਹਾਂ ਕਿ ਇਹ ਕੀ ਹੈ ਸਾਡੇ ਕੋਲ ਜਿਹੜਾ ਰॉ ਮਟੀਰੀਅਲ ਪ੍ਰੋਵਾਈਡ ਕਰਦੀ ਹੈ ਲਰਨਿੰਗ ਦੇ ਲਈ। ਠੀਕ ਹੈ, ਕੱਚਾ ਮਾਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਕੱਚਾ ਮਾਲ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਮੈਚੂਰੇਸ਼ਨ ਹੋਏਗੀ ਤਾਂ ਬੱਚਾ ਜਿਹੜਾ ਹੈ ਕੋਈ ਚੀਜ਼ ਸਿੱਖ ਸਕਦਾ ਹੀ ਹੈ। ਜੇ ਪ੍ਰੈਕਟਿਸ ਨਹੀਂ ਕਰੇਗਾ ਤਾਂ ਫਿਰ ਜਿਹੜੀ ਡਿਵੈਲਪਮੈਂਟ ਹੈ ਉਹ ਮੈਚੂਰੇਸ਼ਨ ਨਾਲ ਵੀ ਇਕੱਲੀ ਨਹੀਂ ਹੋ ਸਕਦੀ। ਇਸ ਲਈ ਕਹਿ ਸਕਦੇ ਕਿ ਅਭਿਆਸ ਬਿਨਾਂ ਜਿਹੜੀ ਹੈ ਕੇਵਲ ਪਰਿਪੱਕਤਾ ਦੁਆਰਾ ਵਿਕਾਸ ਵੀ ਨਹੀਂ ਹੋ ਸਕਦਾ ਜੀ। ਅੱਜ ਦਾ ਟੌਪਿਕ, ਇਸ ਤੋਂ ਬਾਅਦ ਜਿਹੜਾ ਹੈ ਤੁਸੀਂ ਮੇਕ ਸ਼ੋਰ ਕਿ ਸਾਡੇ ਚੈਨਲ ਨੂੰ ਜਿਹੜਾ ਹੈ ਟੀਚਿੰਗ ਐਜੂਕੇਸ਼ਨ ਨੂੰ ਸਬਸਕ੍ਰਾਈਬ ਕਰੋ, ਨੋਟੀਫਿਕੇਸ਼ਨ ਬੈਲ ਨੂੰ ਹਿੱਟ ਕਰੋ, ਅਤੇ ਉਸ ਤੋਂ ਬਾਅਦ ਸਾਡੇ ਜਿਹੜੇ ਚੈਨਲ ਨੂੰ ਲਾਈਕ ਕਰੋ, ਕਮੈਂਟ ਕਰੋ। ਅਤੇ ਅਗਰ ਤੁਸੀਂ ਕੋਈ ਹੋਰ ਟੌਪਿਕ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਇਲਾਵਾ ਸਾਨੂੰ ਉਹ ਵੀ ਦੱਸ ਸਕਦੇ ਹੋ ਜੀ। ਥੈਂਕਸ ਫॉर ਵਾਚਿੰਗ ਦਾ ਵੀਡੀਓ।